ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜਗਦੀਸ਼ ਸਿੰਘ ਜੀ ਹੋਣਾ ਦਾ ਮੈਂ ਬਾਣੀ ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਵੀਰ ਜੀ, ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ, ਸਵੇਰ ਤੋਂ ਹੀ ਇੱਕ ਜਿਹੜੀ ਬਹੁਤ ਹੀ ਦੁਖਦਾਈ ਜਿਹੜੀ ਖਬਰ ਹੈ, ਕਸ਼ਮੀਰ ਦੇ ਰਹਿਣ ਵਾਲੇ ਸਰਦਾਰ ਜੋਗਿੰਦਰ ਸਿੰਘ ਜੀ ਹੋਣਾ ਦੇ ਨਾਲ ਸੰਬੰਧਿਤ ਆ ਰਹੀ ਹੈ ਕਿ ਸਰਦਾਰ ਜੋਗਿੰਦਰ ਸਿੰਘ ਜੀ ਜਿਹੜੇ ਆਪਣਾ ਸਵਾਸਾਂ ਦੀ ਜਿੰਨੀ ਵੀ ਉਹਨਾਂ ਦੀ ਪੂੰਜੀ ਸੀ, ਉਹ ਸਮਾਪਤ ਕਰਦੇ ਹੋਏ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਨੇ। ਤੇ ਜੇਕਰ ਗੱਲ ਕਰਦੇ ਹਾਂ ਅੱਜ ਉਹਨਾਂ ਦੀ ਸ਼ਖਸੀਅਤ ਦੇ ਬਾਰੇ, ਸਰਦਾਰ ਜੋਗਿੰਦਰ ਸਿੰਘ ਜੀ ਹੋਣਾ ਦੇ ਬਾਰੇ ਵਿੱਚ ਅੱਜ ਆਪਾਂ ਖਾਸ ਤੌਰ ਤੇ ਤਾਂ ਗੱਲਬਾਤ ਕਰ ਰਹੇ ਹਾਂ ਕਿਉਂਕਿ ਸ੍ਰੀਨਗਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਤੌਰ ਪ੍ਰਧਾਨ ਦੇ ਵਜੋਂ ਐਕਸ ਪ੍ਰਧਾਨ ਰਹੇ ਨੇ ਸਰਦਾਰ ਜੋਗਿੰਦਰ ਸਿੰਘ ਜੀ। ਤੇ ਜਿੰਨਾ ਵੀ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਕਸ਼ਮੀਰ ਦੇ ਵਿੱਚ ਕਿਸੇ ਦੇ ਨਾਲ ਵੀ ਗੱਲ ਕੀਤੀ ਹੈ, ਸਾਰਿਆਂ ਨੇ ਕਿਹਾ ਕਿ ਬਹੁਤ ਅੱਛੀਆਂ ਸੇਵਾਵਾਂ ਰਹੀਆਂ ਨੇ ਸਰਦਾਰ ਜੋਗਿੰਦਰ ਸਿੰਘ ਜੀ ਹੋਣਾ ਦੀਆਂ। ਹਮੇਸ਼ਾ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦੀ ਤਰ੍ਹਾਂ ਉਹਨਾਂ ਨੇ ਨੌਜਵਾਨਾਂ ਨੂੰ ਵੀ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਹੀ, ਤੇ ਉਹਨਾਂ ਦੇ ਨਾਲ ਕਾਫੀ ਵਕਤ ਗੁਜ਼ਾਰਿਆ ਸਰਦਾਰ ਜਗਦੀਸ਼ ਸਿੰਘ ਜੀ ਹੋਣਾ ਨੇ। ਤੇ ਇਸੇ ਕਰਕੇ ਹੀ ਅੱਜ ਸਰਦਾਰ ਜੋਗਿੰਦਰ ਸਿੰਘ ਜੀ ਜਿਹੜੇ ਕਿ ਅੱਜ ਹੀ ਆਪਣੇ ਸਵਾਸਾਂ ਦੀ ਪੂੰਜੀ ਜਿਹੜੀ ਉਹਨਾਂ ਦੀ ਸਮਾਪਤ ਹੋਈ ਹੈ, ਤੇ ਅੱਜ ਹੀ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਤੇ ਸਰਦਾਰ ਜੋਗਿੰਦਰ ਸਿੰਘ ਜੀ ਦੀ ਅੱਜ ਦੇ ਦਿਨ ਹੀ ਜਿਹੜੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿਸੇ ਕਾਰਨਾਂ ਦੇ ਕਰਕੇ। ਤੇ ਉਹਨਾਂ ਦੇ ਨਾਲ ਕਾਫੀ ਸਮਾਂ ਗੁਜ਼ਾਰਨ ਵਾਲੇ ਸਰਦਾਰ ਜਗਦੀਸ਼ ਸਿੰਘ ਜੀ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵਿੱਚ ਕੁਝ ਵਿਚਾਰ ਰੱਖਣਗੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਜੀ ਵੀਰ ਮੈਂ ਜੀ। ਤੁਹਾਨੂੰ ਕਰੈਕਟ ਕਰਾਂ, ਇਹ ਜੋਗਿੰਦਰ ਸਿੰਘ ਮਹਿਤਾ ਨੇ ਤੇ ਮੈਂ ਜਗਦੀਸ਼ ਸਿੰਘ ਆਜ਼ਾਦ ਹਾਂ। ਜੀ ਸਰਦਾਰ ਜੀ ਜੀ ਜੋਗਿੰਦਰ ਸਿੰਘ ਜੀ ਮਹਿਤਾ ਇੱਕ ਸਧਾਰਨ ਘਰ ਵਿੱਚ ਪਿੰਡ ਅਤਨਾ, ਤਹਿਸੀਲ ਬੇਰਵਾ, ਡਿਸਟ੍ਰਿਕਟ ਬਡਗਾਮ ਵਿੱਚ ਪੈਦਾ ਹੋਏ ਸਨ। ਇਹ 1935 ਵਿੱਚ ਪੈਦਾ ਹੋਏ ਸਨ ਤੇ ਜਿਸ ਵੇਲੇ 47 ਦੀ ਰੇਡ ਹੋਈ, ਇਹਨਾਂ ਦੀ ਉਮਰ ਕੇਵਲ ਅਤੇ ਕੇਵਲ 11 ਸਾਲ ਸੀ। ਇਹਨਾਂ ਦੇ ਸਿਰ ਤੋਂ ਇਹਨਾਂ ਦੇ ਪਿਤਾ ਦਾ ਸਾਇਆ ਚਲਾ ਜਾਣ ਤੋਂ ਬਾਅਦ ਇਹਨਾਂ ਨੇ ਆਪਣੇ ਭੈਣਾਂ ਭਰਾਵਾਂ ਨਾਲ ਮਿਲ ਕੇ ਆਪਣੀ ਜ਼ਿੰਦਗੀ ਦਾ ਆਗਾਜ਼ ਕੀਤਾ ਅਤੇ ਬੜੇ ਸੀਤਲ ਸੁਭਾਅ, ਮਿੱਠ ਬੋਲੜੇ ਅਤੇ ਕੰਮ ਤੇ ਯਕੀਨ ਰੱਖਣ ਵਾਲੇ ਵਿਅਕਤੀ ਸਨ। ਪਹਿਲੇ ਜਦ ਸਿਆਸੀ ਦੌਰ ਇਹਨਾਂ ਦਾ ਸ਼ੁਰੂ ਹੋਇਆ, ਇਹਨਾਂ ਨੇ ਗੁਰਦੁਆਰਾ ਲਹਿਰ ਵਿੱਚ ਕੰਮ ਕੀਤਾ ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਬਹੁਤੇ ਚੰਗੇ ਅਤੇ ਇੱਜ਼ਤ ਵਾਲੇ ਅਹੁਦੇਦਾਰ ਸਨ। ਇਹ ਜਨਰਲ ਸਕੱਤਰ ਸਨ ਉਹਨਾਂ ਦਿਨਾਂ। ਤੇ ਜਦ ਜੰਮੂ ਕਸ਼ਮੀਰ ਵਿੱਚ ਗੁਰਦੁਆਰਾ ਇੰਡੋਮੈਂਟ ਐਕਟ 1973 ਪਾਸ ਹੋਇਆ ਤੇ ਗੁਰਦੁਆਰਾ ਸੁਧਾਰ ਦੇ ਲਈ ਜਦ ਚੋਣਾਂ ਦੀ ਗੱਲ ਆਈ ਤੇ ਇਹ ਬੜੇ ਸਰਗਰਮ ਰਹੇ। ਉਹਨਾਂ ਦਿਨਾਂ ਅਸੀਂ ਖਾਲਸਾ ਪੰਥਕ ਪਾਰਟੀ ਵਿੱਚ ਹੋਇਆ ਕਰਦੇ ਸਾਂ, ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਇਆ ਕਰਦੇ ਸਾਂ। ਬਹੁਤ ਤਕਰਾਰ ਵੀ ਹੁੰਦੇ ਰਹੇ, ਬੜੀਆਂ ਬਹਿਸਾਂ ਵੀ ਚੱਲਦੀਆਂ ਰਹੀਆਂ, ਲੇਕਿਨ ਇਹਨਾਂ ਦੀ ਇੱਕ ਬੜੀ ਖਸੂਸੀਅਤ ਇਹ ਸੀ ਕਿ ਇਹਨਾਂ ਨੇ ਕਿਸੇ ਨਾਲ ਕਦੀ ਮੱਥਾ ਮੈਲਾ ਨਹੀਂ ਕੀਤਾ। ਜੇ ਕੋਈ ਉੱਚਾ ਵੀ ਬੋਲ ਗਿਆ ਤੇ ਉਹਦੇ ਨਾਲ ਪਿਆਰ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਆਪਣੇ ਕਾਫਲੇ ਨਾਲ ਚੱਲਦੇ ਰਹੇ, ਅਸੀਂ ਆਪਣੇ ਕਾਫਲੇ ਨਾਲ ਚੱਲਦੇ ਰਹੇ, ਲੇਕਿਨ ਇੱਕ ਸਮਾਂ ਐਸਾ ਆ ਗਿਆ ਕਿ ਕਸ਼ਮੀਰ ਦੇ ਹਾਲਾਤ 1988 ਤੋਂ ਬਾਅਦ ਇੱਥੇ ਵਿਗੜਨੇ ਸ਼ੁਰੂ ਹੋ ਗਏ, ਕਿਉਂਕਿ ਮਿਲੀਟੈਂਸੀ ਦਾ ਦੌਰ ਆ ਗਿਆ। ਤਾਂ ਉਸ ਵੇਲੇ ਸਭ ਲੋਕ ਇਹ ਗੱਲ ਭੁੱਲ ਗਏ ਕਿ ਕੌਣ ਕੀ ਹੈ। ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਹੋ ਇਕੱਤਰ, ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਓ ਲਾਈ। ਸਰਦਾਰ ਜੋਗਿੰਦਰ ਸਿੰਘ ਮਹਿਤਾ ਦਾ ਬਹੁਤ ਸੁਨਹਿਰੀ ਹਰਫਾਂ ਵਿੱਚ ਲਿਖਣ ਵਾਲਾ ਰੋਲ ਹੈ ਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਇੱਕ ਕਰਕੇ ਇੱਕ ਝੰਡੇ ਤਲੇ ਲਿਆਉਣ ਵਿੱਚ ਇੱਕ ਕਲੀਦੀ ਰੋਲ ਜਿਹੜਾ ਉਹ ਅਦਾ ਕੀਤਾ। ਅਗਰ ਜੀ ਇਹਨਾਂ ਨੂੰ ਆਪਣੀ ਪਾਰਟੀ ਦੇ ਕੁਝ ਲੋਕ ਨਾਰਾਜ਼ ਵੀ ਹੋ ਗਏ
ਲੇਕਿਨ ਇਹਨਾਂ ਨੇ ਕਿਹਾ ਪਾਰਟੀਆਂ ਬੈਦ ਵਿੱਚ ਨੇ, ਪਹਿਲੇ ਧਰਮ ਔਰ ਧਰਮ ਦੀ ਸ਼ਖਸੀਅਤਾਂ ਨੂੰ, ਲੋਕਾਂ ਨੂੰ ਬਚਾਉਣ ਦੀ ਗੱਲ ਹੈ। ਤੇ ਕਸ਼ਮੀਰ ਸਿੱਖ ਫੋਰਮ ਜਿਹੜਾ ਪੰਜਾਬ ਤੋਂ ਆਏ ਥੇ ਲੀਡਰਾਨ ਨੇ, ਸਾਰਿਆਂ ਨੂੰ ਇੱਕ ਕਰਕੇ ਇੱਕ ਨਾਅਰਾ ਦਿੱਤਾ ਤੇ ਅਸੀਂ ਸਿੱਖ ਫੋਰਮ ਦੇ ਤਹਿਤ ਇਕੱਠੇ ਹੋ ਗਏ, ਜਿਸ ਦੇ ਵਿੱਚ ਵੀ ਇੱਥੇ ਆਏ ਜਿੱਥੇ ਮਜਾਤੀ ਦੇ ਭਰਾਵਾਂ ਨਾਲ ਸਾਨੂੰ ਟੱਕਰ ਲੈਣ ਦੀ ਵੀ ਜ਼ਰੂਰਤ ਪਈ। ਲੇਕਿਨ ਖੁਸ਼ ਉਸਲੂਬੀ ਦੀ ਗੱਲ ਇਹ ਰਹੀ ਕਿ ਬੜੇ ਪਿਆਰ ਮੁਹੱਬਤ ਨਾਲ ਅਸੀਂ ਉਹ ਸਿੱਖ ਫੋਰਮ ਜਿਹੜੀ ਇੱਥੇ ਚਲਾਈ, ਉਸ ਦੇ ਵਿੱਚ ਰਹਿ ਕੇ ਸੰਗਤਾਂ ਦਾ ਵਿਸ਼ਵਾਸ ਵਧਾਇਆ ਅਤੇ ਉਹਨਾਂ ਨੂੰ ਡਰ ਭੈ ਤੋਂ ਕੱਢ ਕੇ ਇਹ ਕੰਮ ਸ਼ੁਰੂ ਕੀਤਾ। तो फिर सरदार प्रकाश सिंह जी बादल ने उस वेले हदायत दी कि इन्हों सारिਆਂ ਨੂੰ श्रोमणी अकाली दल के झंडे थले लिया जाए। उन्होंने दिनों सरदार जोगिंदर सिंह जी मेहता इत्थे गुरुद्वारा प्रबंधक कमेटी श्रीनगर के प्रधान होया करते सन। प्रधानगी के दौरान थोड़े ही समा होया सी कि इन्हों का एक्सीडेंट हो गया, लेकिन गुरु महाराज की बड़ी बख्शिश हुई। बाबा हरबंस सिंह जी कार सेवा वाले थे आए, उन्होंने भी सानू कहा कि जे गुरुद्वारे की उसारी करनी है तो सारे ने रल मिल के चलना है। तो जोगिंदर सिंह मेहता सेहतयाब होंदे होंदे गुरु घर की सेवा में लग गए और अपने उस दौर में इन्होंने बहुत शलाघायोग काम किया और गुरुद्वारे की उसारी में भी अगे अगे रहे। तो जे सानू कश्मीर के किसी कोने में भी किसी सिख नाल कोई दुर्घटना हुई, कोई मुसीबत आई, किसी ते कोई हमला होने की कोशिश हुई, तो ये भी साडे नाल मोढा ला के एक जिम्मेवार शख्सियत वजों अगे अगे तुरना अते उन्हां मुसीबतां नूं घटाउण विच बड़ा योगदान इन्होंने दिता। उस तो बाद ये सिख फोरम साड़ी जिहड़ी है ये श्रोमणी अकाली दल के झंडे विच आ गई अते सत्कारयोग सुरगवासी सरदार चरण सिंह जी बाली नूं उस श्रोमणी अकाली दल का प्रधान बनाया गया, नियुक्त किया गया अते जोगिंदर सिंह जी मेहता सैकटरी जनरल श्रोमणी अकाली दल के बने अते दास नूं जनरल सैकटरी इंचार्ज पब्लिसिटी बनाया गया। एक अच्छी टीम के तौर पर बहुत अच्छे काम असीं कीते और जितनी भी जोगिंदर सिंह मेहते की शलाघा की जाए, इन्होंने अपना घर बार कदी रख के कौम की चढ़ती कला लई, लोगों के भविष्य लई अते कश्मीर के हालातों में सिखां नूं बागैरत रहण विच बड़ा योगदान पेश किया। शुरू तो ही एक ऐसे इनकलाबी पिंड के नौजवान सन। 1947 में जब पाकिस्तानी कवालियां ने कश्मीर ते हमला किया तो बारामूले तो आंदे आए छामे जिथे बड़ा भारी मोर्चा लगा और छामे तो बाद इन्हां दे पिंड अतने विच भी मोर्चा लग गया। तो एक बड़े श्रद्धालु पिंड दे जिन्हां दे विच दिल विच शहादत का जज्बा सी, उत्थे दियां संगतां ने हिंदुस्तान नूं बचाउण लई अपनी कुर्बानी देण तो भी गुरेज नहीं की। इस पिंड नूं शफकत हासिल हुई सी। ते जोगिंदर सिंह मेहता साहब जिहड़े साडे बहुत करीबी साथी रहे, लेकिन अकाल पुरख का हुक्म है जिस ठाकर से ना ही चारा ताको कीजे सब नमस्कारा। मेरिया अखां अज रो रही ने, दिल मेरा बड़ा उदास है कि एक ऐसा मुफलिस आदमी जिसने कभी घर की परवाह नहीं की, लेकिन पंथक कामां विच अगे रहण विच कदे भी संकोच नहीं किया अते बड़े अच्छे ढंग नाल, प्यारे ढंग नाल एक दूजे नाल मिल के कौम की सेवा की। ऐसे सेवादार बहुत घट मिलते हैं। बिल्कुल वीर जी, देखो ਇਹੋ ਜਿਹੇ ਜਿਹੜੇ ਬਜ਼ੁਰਗ ਜਿਨ੍ਹਾਂ ਨੇ ਬਹੁਤ ਸਾਰੇ ਸੰਤਾਪ ਆਪਦੇ ਪਿੰਡੇ ਦੇ ਉੱਤੇ ਹੰਢਾਏ ਨੇ, ਸਾਰੇ ਚੰਗੇ ਮਾੜੇ ਦਿਨ ਵੇਖੇ ਨੇ ਕਿ ਕਸ਼ਮੀਰ ਦੇ ਵਿੱਚ ਸਿੱਖਾਂ ਕਿਹੜੇ ਕਿਹੜੇ ਕਹਿ ਸਕਦੇ ਆ ਹਾਲਾਤਾਂ ਦੇ ਵਿੱਚੋਂ ਨਿਕਲਦੇ ਹੋਏ ਇੱਥੋਂ ਤੱਕ ਪਹੁੰਚੇ ਕਸ਼ਮੀਰ ਦੇ ਸਿੱਖ।
ਸਭ ਇਹਨਾਂ ਬਜ਼ੁਰਗਾਂ ਨੇ, ਤੁਹਾਡੇ ਵਰਗੇ ਬਜ਼ੁਰਗਾਂ ਨੇ ਕੀਤਾ ਹੋਇਆ, ਔਰ ਜੋ ਜਜ਼ਬਾ ਇਹਨਾਂ ਬਜ਼ੁਰਗਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ। ਸਾਡੀ ਬਦਕਿਸਮਤੀ ਇਹ ਕਿ ਨੌਜਵਾਨਾਂ ਦੇ ਵਿੱਚ ਉਹ ਹੈ ਨਹੀਂ। ਉਹ ਸੂਝ ਨਾ ਉਹ ਰੱਖਣਾ ਚਾਹੁੰਦੇ ਨੇ ਤੇ ਨਾ ਉਹ ਲੈਣਾ ਚਾਹੁੰਦੇ ਨੇ। ਜੇਕਰ ਹੋਵੇ ਨਾ ਅੱਜ ਕੱਲ੍ਹ ਸਾਡੇ ਨੌਜਵਾਨਾਂ ਦੇ ਵਿੱਚ ਕਿ ਬੈਠ ਕੇ ਬਜ਼ੁਰਗਾਂ ਦੇ ਕੋਲ ਬਹਿ ਕੇ ਗੱਲ ਹੀ ਕਰਨਾ ਚਾਹੁੰਦੇ ਹੋਣ, ਕੁਝ ਪੁੱਛਣਾ ਚਾਹੁੰਦੇ ਹੋਣ ਵੀ, ਜੇਕਰ ਤੁਸੀਂ ਜਿਵੇਂ ਅੱਜ ਸਰਦਾਰ ਜੋਗਿੰਦਰ ਸਿੰਘ ਮਹਿਤਾ ਜੀ ਸਾਡੇ ਵਿਚਕਾਰ ਨਹੀਂ ਹੈਗੇ, ਮੈਨੂੰ ਨਹੀਂ ਲੱਗਦਾ ਕਿਸੇ ਨੌਜਵਾਨਾਂ ਨੇ ਬਹਿ ਕੇ ਆਸੇ-ਪਾਸੇ ਕਿਤੇ ਪੁੱਛਣ ਦੀ ਕੋਸ਼ਿਸ਼ ਕੀਤੀ ਹੋਵੇਗੀ ਵੀ ਬਈ ਤੁਸੀਂ ਅੱਗੇ ਜੇਕਰ ਜ਼ਿੰਦਗੀ ਦੇ ਵਿੱਚ ਨਹੀਂ ਹੋ, ਆਉਣਾ ਜਾਣਾ ਲੱਗਿਆ ਰਹਿੰਦਾ, ਤੇ ਸਾਨੂੰ ਅੱਗੇ ਕਿਵੇਂ ਚੱਲਣਾ ਚਾਹੀਦਾ। ਐਸਾ ਵੀਰ ਜੀ ਇਹ ਵੇਖ ਕੇ ਵੀ ਤਾਂ ਦੁੱਖ ਹੁੰਦਾ ਹੈ ਨਾ। ਮੈਂ ਤੁਹਾਨੂੰ ਇਹ ਗੱਲ ਦੱਸਣ ਵਿੱਚ ਸੰਕੋਚ ਨਹੀਂ ਕਰਾਂਗਾ ਕਿ ਅਗਰ ਰਾਤ ਦੇ 12 ਵਜੇ ਵੀ ਕਿਤੇ ਮਸਲਾ ਹੋ ਗਿਆ, ਅਗਰ ਉਹ ਪਿੰਡ ਸਾਡੇ ਤੋਂ 80 ਕਿਲੋਮੀਟਰ ਵੀ ਦੂਰ ਹੈ, ਮੈਂ ਆਪ ਨੂੰ ਇੱਕ ਸਾਕਾ ਸੁਣਾਉਣਾ ਚਾਹੁੰਦਾ ਹਾਂ। ਦੀਦਾਰਪੁਰਾ ਕੁਪਾਵਾੜੇ ਦਾ ਸਭ ਤੋਂ ਸ਼੍ਰੋਮਣੀ ਪਿੰਡ ਹੈ ਅਤੇ ਕਸ਼ਮੀਰ ਦਾ ਵੀ ਉਹ ਸ਼੍ਰੋਮਣੀ ਪਿੰਡ ਹੈ। ਉੱਥੇ ਆਰਮੀ ਨੇ ਸਿੱਖਾਂ ਤੇ ਹਮਲਾ ਬੋਲ ਦਿੱਤਾ, ਜ਼ਖਮੀ ਹੋ ਗਏ, ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਦੀ ਲੱਤ ਟੁੱਟ ਗਈ। ਇਹ ਸਾਨੂੰ ਦੱਸਣ ਬਗੈਰ ਵੀ ਉੱਥੇ ਦੌੜ ਗਿਆ ਤੇ ਰਾਤ ਦੇ 9 ਵਜੇ ਮੇਰੇ ਕੋਲ ਵਾਪਸ ਆ ਕੇ ਉਹਨਾਂ ਖਾਲਸਿਆਂ ਨੇ ਮੈਨੂੰ ਫੋਟੋ ਦੱਸਣ ਲੱਗਾ ਕਿ ਦੇਖੋ ਜ਼ਖਮੀ ਹੋ ਗਏ ਨੇ, ਇਹਨਾਂ ਨੂੰ ਆਰਮੀ ਨੇ ਮਾਰਿਆ ਹੈ। ਅਸੀਂ ਰਾਤੋਂ ਰਾਤ ਹੀ ਜੋ ਕਾਰਵਾਈ ਕਰਨੀ ਸੀ ਕੀਤੀ ਤੇ ਦੂਜੇ ਦਿਨ ਚੀਫ ਮਿਨਿਸਟਰ ਉਹਨਾਂ ਦੇ ਨਾਲ ਫਾਰੂਕ ਸਾਹਿਬ ਬਣੇ ਸਨ ਨਵੇਂ ਤੇ ਅਸੀਂ ਉਹਨਾਂ ਦੇ ਹੋਮ ਮਿਨਿਸਟਰ ਨੂੰ ਲੈ ਕੇ ਦੀਦਾਰਪੁਰਾ ਪੁੱਜੇ। ਉੱਥੇ ਦੀਆਂ ਸੰਗਤਾਂ ਇਤਨੀਆਂ ਖੁਸ਼ੀ ਵਿੱਚ ਗਦਗਦ ਹੋ ਗਈਆਂ ਕਿ ਸਾਡਾ ਸਹਾਰਾ ਲੈਣ ਵਾਲਾ ਵੀ ਕੋਈ ਹੈ। ਐਸੇ ਕਾਰਨਾਮਿਆਂ ਵਿੱਚ ਜੋਗਿੰਦਰ ਸਿੰਘ ਮਹਿਤੇ ਦਾ ਰੋਲ ਜਿਹੜਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਹਨਾਂ ਦੀ ਜਿਤਨੀ ਵੀ ਤਾਰੀਫ ਕੀਤੀ ਜਾਏ ਉਹ ਘੱਟ ਹੈ। ਤੁਸੀਂ ਫਰਮਾਇਆ ਕਿ ਅੱਜ ਕੱਲ੍ਹ ਦੇ ਬੱਚੇ ਸ਼ਾਇਦ ਇਸ ਪਾਸੇ ਨਹੀਂ ਤੁਰਦੇ, ਲੇਕਿਨ ਮੈਂ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਿਆਂ ਕਿ ਬਜ਼ੁਰਗਾਂ ਦੀ ਦੱਸੀਆਂ ਹੋਈਆਂ ਕਾਰਨਾਵਾਂ ਤੇ ਅੱਜ ਕਸ਼ਮੀਰ ਦਾ ਨੌਜਵਾਨ ਬੱਚਾ ਜਿਹੜਾ ਹੈ ਉਹ ਵੀ ਸਤਰਕ ਹੋ ਗਿਆ ਦਾ ਹੈ। ਅਤੇ ਮੈਂ ਦੇਖ ਰਿਹਾ ਹਾਂ ਜਿੱਥੇ ਅਸੀਂ ਉੱਥੇ ਤੇ ਪੁੱਜ ਨਹੀਂ ਸਕੇ, ਸ੍ਰੀਨਗਰ ਹੀ ਹਾਂ, ਲੇਕਿਨ ਕਿਤਨੇ ਟੈਲੀਫੋਨ ਮੈਨੂੰ ਆ ਗਏ ਨੇ, ਕਿਤਨੇ ਫੇਸਬੁੱਕਾਂ ਤੇ ਗੱਲਾਂ ਆ ਰਹੀਆਂ ਨੇ, ਕਿਤਨੇ ਵਟਸਐਪ ਹੋ ਰਹੇ ਨੇ ਕਿ ਜੋਗਿੰਦਰ ਸਿੰਘ ਮਹਿਤਾ ਤੇ ਮੇਰੇ ਦਿਲ ਵਿੱਚ ਵੀ ਅੱਜ ਇਹ ਬੜਾ ਮੈਨੂੰ ਬਲੂਣਾ ਮਿਲਿਆ ਕਿ ਬੀਜ ਨਾਸ਼ ਕਿਸੇ ਚੀਜ਼ ਦਾ ਨਹੀਂ। ਅਸੀਂ ਸੋਚਦੇ ਸਾਂ ਕਿ ਅਸੀਂ ਜਿਹੜੀ ਸੇਵਾਵਾਂ ਕੀਤੀਆਂ ਇਹ ਬੇਅਰਥ ਜਾਣਗੀਆਂ, ਲੇਕਿਨ ਜਿਹੜਾ ਅੱਜ ਨੌਜਵਾਨ ਬੱਚਿਆਂ ਨੇ, ਬਜ਼ੁਰਗਾਂ ਨੇ, ਭਰਾਵਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਉਹ ਸ਼ਲਾਘਾਯੋਗ ਹੈ ਅਤੇ ਉਹ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅੱਜ ਇੱਥੇ ਦੇ ਸਿੱਖ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਮਾਤਾਵਾਂ ਦਾ, ਭੈਣਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਿਸੇ ਦੀ ਕੁਰਬਾਨੀ ਦਾ ਮੁੱਲ ਤੇ ਪਾਇਆ ਹੈ। ਜੋਗਿੰਦਰ ਸਿੰਘ ਮਹਿਤਾ ਤੇ ਚਲਾ ਗਿਆ, ਅੱਜ ਸਾਡਾ ਦਿਲ ਵੀ ਰੋ ਰਿਹਾ ਹੈ ਕਿ ਸਾਡੇ ਸਾਥੀ ਇੱਕ ਕਰਕੇ ਚਲੇ ਗਏ, ਲੇਕਿਨ ਅੱਜ ਸੰਤੁਸ਼ਟੀ ਇਸ ਗੱਲ ਦੀ ਵੀ ਮੈਨੂੰ ਹੋਈ ਕਿ ਸਾਡੇ ਨੌਜਵਾਨ ਵੀ ਅੱਜ ਇਸ ਗੱਲ ਤੇ ਕਾਇਲ ਹੋ ਗਏ ਨੇ ਕਿ ਜਿਹੜੀ ਬਜ਼ੁਰਗਾਂ ਕਾਲਨਾਮਾ ਕਾਲੀਆਂ ਉਹਨਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ। ਵੀਰ ਜੀ ਇਹ ਬਹੁਤ ਵਧੀਆ ਗੱਲ ਹੈ, ਜਿੱਦਾਂ ਤੁਸੀਂ ਇਹ ਗੱਲ ਸਾਂਝੀ ਕੀਤੀ ਹੈ ਤੇ ਦਿਲ ਨੂੰ ਹੌਸਲਾ ਹੋਇਆ ਤੁਹਾਡੇ ਰਾਹੀਂ, ਕਿਉਂਕਿ ਆਪਾਂ ਕਸ਼ਮੀਰ ਦੇ ਵਿੱਚ ਨਹੀਂ ਰਹਿ ਰਹੇ ਜਾਂ ਉੱਥੋਂ ਵਿਚਰ ਨਹੀਂ ਰਹੇ, ਤੁਸੀਂ ਉੱਥੋਂ ਦੇ ਯੂਥ ਨਾਲ ਜੁੜੇ ਹੋ। ਜੇਕਰ ਉਹ ਬਜ਼ੁਰਗਾਂ ਦੀਆਂ ਸਿੱਖਿਆਵਾਂ ਨੂੰ, ਬਜ਼ੁਰਗਾਂ ਦੀਆਂ ਕੁਰਬਾਨੀਆਂ ਨੂੰ ਸਾਂਭ ਕੇ ਰੱਖ ਰਹੇ ਨੇ ਤਾਂ ਬਹੁਤ ਇਹ ਇੱਕ ਹਿਸਾਬ ਦਾ ਸਰਦਾਰ ਜੋਗਿੰਦਰ ਸਿੰਘ ਜੀ ਮਹਿਤਾ ਸਾਡੇ ਵਿਚਕਾਰੋਂ ਸਰੀਰਕ ਤੌਰ ਤੇ ਚਲੇ ਗਏ ਨੇ, ਲੇਕਿਨ ਜੇਕਰ ਉਹ ਲੇਕਿਨ ਉਹ ਆਪਣੇ ਜੋ ਉਹਨਾਂ ਨੂੰ ਜਿਹੜੀ ਚੀਜ਼ ਉਹ ਯੂਥ ਨੂੰ ਦੇਣਾ ਚਾਹੁੰਦੇ ਸਨ ਉਹ ਜੇਕਰ ਦੇ ਕੇ ਗਏ ਨੇ, ਉਹ ਯੂਥ ਨੂੰ ਦੇ ਗਏ ਨੇ ਜੋ ਚਾਹੁੰਦੇ ਸਨ, ਤਾਂ ਉਹਨਾਂ ਦੀ ਜਿਹੜਾ ਕਹਿੰਦੇ ਨੇ ਨਾ ਕਿ ਜ਼ਿੰਦਗੀ ਦੇ ਵਿੱਚ ਆਉਣਾ ਜਿਹੜਾ ਸਫਲਾ ਹੋ ਗਿਆ। ਔਰ ਤੁਹਾਡੇ ਸਾਥੀ ਸਨ ਤਾਂ ਤੁਸੀਂ ਉਹਨਾਂ ਨੂੰ ਨੇੜਿਓਂ ਜਾਣਦੇ ਹੋ, ਤੁਸੀਂ ਸਮਝਦੇ ਹੋ, ਔਰ ਮੈਂ ਸਮਝ ਸਕਦੀ ਹਾਂ, ਅਸੀਂ ਸਮਝ ਸਕਦੇ ਹਾਂ ਕਿ ਤੁਹਾਨੂੰ ਕਿੰਨਾ ਵੱਡਾ ਘਾਟਾ ਪਿਆ ਹੋਣਾ। ਇੱਕ ਕਹਿੰਦੇ ਨੇ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ ਇੱਕ ਦੂਜੇ ਦੇ ਜਿਹੜੇ ਸਾਥੀ ਹੁੰਦੇ ਨੇ, ਤਾਂ ਬੰਦਾ ਬੜਾ ਹੀ ਅਧੂਰਾ ਜਿਹਾ ਫੀਲ ਕਰਦਾ ਹਨਾ ਕਿ ਜ਼ਿੰਦਗੀ ਦੇ ਜਿਹਦੇ ਨਾਲ ਇੰਨਾ ਵਕਤ ਗੁਜ਼ਾਰਿਆ, ਜਿਨ੍ਹਾਂ ਨਾਲ ਆਪਣੇ ਪਰਿਵਾਰ ਨਾਲੋਂ ਜ਼ਿਆਦਾ ਵਕਤ ਤੁਸੀਂ ਇੱਕ ਦੂਜੇ ਦੇ ਨਾਲ ਜਿਵੇਂ ਹੰਡਾਇਆ, ਇੱਕ ਦੂਜੇ ਦੀ ਸੋਚ ਦੇ ਨਾਲ ਤੁਹਾਡੀ ਸੋਚ ਮਿਲਦੀ ਸੀ। ਬਿਲਕੁਲ, ਇੱਕ ਗੱਲ ਮੈਂ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਵੀ ਗੱਲ ਉਹਨਾਂ ਨੇ ਸਾਂਝੀ ਕਰਨੀ ਹੁੰਦੀ ਸੀ ਉਹ ਸਵੇਰ ਸ਼ਾਮ ਮੇਰੇ ਕੋਲ ਆ ਕੇ ਮੈਨੂੰ ਕਹਿਣਾ ਇਸ ਗੱਲ ਦਾ ਹੱਲ ਕੀ ਹੈ, ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ ਕਰੀਏ। ਮੈਂ ਕਦੀ ਤੇਜ਼ ਵੀ ਹੋ ਜਾਂਦਾ ਸਾਂ, ਲੇਕਿਨ ਉਹ ਮੈਨੂੰ ਕਹਿੰਦੇ ਸਨ ਥਾਮੇ ਵਿੱਚ ਆਜ਼ਾਦ ਸਾਹਿਬ ਤੁਹਾਡੇ ਤੇ ਸਾਡੀਆਂ ਉਮੀਦਾਂ ਨੇ, ਅਸੀਂ ਤੁਹਾਡੇ ਕੋਲ ਆ ਕੇ ਮਸ਼ਵਰਾ ਲੈਂਦੇ ਹਾਂ, ਕੱਲ੍ਹ ਦੀ ਗੱਲ ਜਿਹੜੀ ਤੁਸੀਂ ਤੋਰਨੀ ਹੈ
ਅੱਜ ਮੈਂ ਸਮਝ ਰਹਾ ਕਿ ਮੇਰੀ ਸੱਜੀ ਬਾਂਹ ਚਲੀ ਗਈ ਹੈ। ਗਰੀਬੀ ਵਿੱਚ ਰਹਿ ਕੇ ਵੀ ਉਹ ਕਦੀ ਝੁਕਿਆ ਨਹੀਂ ਅਤੇ ਬਤੌਰੇ ਸੇਵਾਦਾਰ, ਮੁੱਖ ਸੇਵਾਦਾਰ ਰਹਿ ਕੇ ਵੀ ਉਸਤੇ ਕਦੀ ਇੱਕ ਪੈਸੇ ਦੀ ਤੋਹਮਤ ਨਹੀਂ ਲੱਗੀ ਕਿ ਇਸਨੇ ਪ੍ਰਧਾਨ ਰਹਿ ਕੇ ਪ੍ਰਧਾਨਗੀ ਦਾ ਮਿਸਯੂਜ਼ ਕੀਤਾ ਹੈ ਜਾਂ ਆਪਣੇ ਘਰ ਲਈ ਕੁਝ ਕੀਤਾ ਹੈ। ਜਦ ਕਦੀ ਵੀ ਉਸਨੇ ਕੀਤਾ, ਉਸਨੇ ਇੱਥੇ ਦੇ ਲੋਕਾਂ ਲਈ। ਔਰ ਦੂਜੀ ਗੱਲ ਜਿਹੜੀ ਉਸ ਵਿੱਚ ਸੀ ਕਿ ਕਸ਼ਮੀਰ ਵਿੱਚ ਬਹੁਤ ਸੰਮਤੀ ਜਿਹੜੀ ਹੈ ਉਹ ਮੁਸਲਮਾਨ ਭਰਾਵਾਂ ਦੀ ਹੈ, ਲੇਕਿਨ ਇਸ ਦੀ ਦੂਰ ਦ੍ਰਿਸ਼ਟੀ ਇਹ ਸੀ ਕਿ ਅਸੀਂ ਜਿੱਥੇ ਰਹਿਣਾ ਹੈ ਉੱਥੇ ਵੱਡਿਆਂ ਵੀਰਾਂ ਨਾਲ ਵੀ ਮਿਲ ਕੇ ਰਹਿਣਾ ਹੈ। ਤੇ ਮੈਂ ਸਿਰ ਉੱਚਾ ਕਰਕੇ ਇਹਨਾਂ ਨੂੰ ਹਰ ਮਜਲਿਸ ਵਿੱਚ ਲੈ ਜਾਂਦਾ ਸਾਂ ਅਤੇ ਜਿੱਥੇ ਕਿਤੇ ਵੀ ਲੋੜ ਪੈਂਦੀ ਸੀ ਇਹ ਆਪਣਾ ਯੋਗਦਾਨ ਦੇ ਕੇ ਮੁਸਲਿਮ ਭਰਾਵਾਂ ਨੂੰ ਵੀ ਬੜਾ ਕਾਇਲ ਕਰਦੇ ਸਨ ਕਿ ਅਸੀਂ ਇੱਕ ਹਾਂ, ਅਸੀਂ ਇਕੱਠੇ ਰਹਿਣਾ ਹੈ, ਅਸੀਂ ਇਕੱਠੇ ਮਰਨਾ ਹੈ। ਪੰਡਤ ਭਰਾ ਸਾਡੇ ਇੱਥੋਂ ਚਲੇ ਗਏ, ਉਸ ਤੇ ਵੀ ਇਹਨਾਂ ਨੂੰ ਬੜਾ ਦੁੱਖ ਸੀ। ਔਰ ਇਹ ਕਦੀ ਮੇਰੇ ਨਾਲ ਇਹ ਗੱਲਾਂ ਵੀ ਸਾਂਝੀਆਂ ਕਰਦੇ ਸਨ ਕਿ ਕਸ਼ਮੀਰ ਸਾਧੂ ਸੰਤਾਂ ਦੀ ਇੱਕ ਧਰਤੀ ਸੀ, ਪੀਰਾਂ ਦੀ ਧਰਤੀ ਹੈ। ਇੱਥੇ ਚਾਹੀਦਾ ਤੇ ਇਹ ਹੈ ਕਿ ਅਸੀਂ ਸਾਰੇ ਇਸ ਮਿਸ਼ਨ ਨੂੰ ਅੱਗੇ ਤੋਰੀਏ। ਅਵਲੇ ਅੱਲਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਬੰਦੇ। ਤਾਂ ਮੈਂ ਅੱਜ ਜਿੱਥੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ, ਉੱਥੇ ਉਹਨਾਂ ਦੀ ਧਰਮ ਪਤਨੀ ਜਿਹੜੀ ਸਰੀਰਕ ਤੌਰ ਆਪ ਹੀ ਠੀਕ ਨਹੀਂ ਅਤੇ ਉਹਨਾਂ ਦਾ ਬੜਾ ਬੇਟਾ ਜਿਹੜਾ ਇਸ 10 ਸਾਲ ਤੋਂ ਆਪਣੀ ਜ਼ਿੰਦਗੀ ਦੀ ਅਤੇ ਮੌਤ ਦੀ ਕਸ਼ਮਕਸ਼ ਵਿੱਚ ਜੂਝ ਰਿਹਾ ਹੈ, ਮੈਂ ਉਹਨਾਂ ਲਈ ਵੀ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਇਹ ਵਿਅਕਤੀ ਤੋਂ ਸਾਡੇ ਕੋਲੋਂ ਚਲਾ ਗਿਆ, ਲੇਕਿਨ ਜਿਹੜਾ ਪਿੱਛੇ ਉਸਦਾ ਪਰਿਵਾਰ ਹੈ ਉਸਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਉਹਨਾਂ ਦੇ ਦੁੱਖ ਦਰਦ ਬੱਚਿਆਂ ਦੇ ਸਾਰਿਆਂ ਦੇ ਦੂਰ ਹੋਣ ਅਤੇ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਉਹ ਸਖਲੀ ਗੁਜ਼ਾਰ ਸਕਣ। ਇੱਕ ਗੱਲ ਦੱਸ ਕੇ ਤੁਹਾਡੇ ਤੋਂ ਖਿਮਾ ਮੰਗਾਂਗਾ, ਇਹਨਾਂ ਦਾ ਇੱਕ ਪੋਤਾ ਬਿਮਾਰ ਹੋ ਗਿਆ, ਸ਼ਾਇਦ ਤੁਹਾਡੇ ਤੱਕ ਇਹ ਗੱਲ ਪੁੱਜੀ ਹੋਏਗੀ। ਪੋਤਾ ਬਿਮਾਰ ਹੋ ਗਿਆ ਤੇ ਕੋਈ ਉਮੀਦ ਨਹੀਂ ਰਹੀ ਕਿ ਉਹ ਬਚੇਗਾ। ਇੱਕ ਦਿਨ ਇਸਨੇ ਬੱਚੇ ਨੂੰ ਕਿਹਾ ਕਿ ਕੀ ਕੀਤਾ ਜਾਏ, ਤੇ ਬੱਚੇ ਨੇ ਕਿਹਾ ਮੈਂ ਤੇ ਹੁਣ ਉੱਠ ਵੀ ਨਹੀਂ ਸਕਦਾ, ਮੈਨੂੰ ਦਰਬਾਰ ਸਾਹਿਬ ਲੈ ਚਲੋ। ਉਸਦੇ ਦੋਸਤ ਆਏ ਤੇ ਉਹਨੂੰ ਦਰਬਾਰ ਸਾਹਿਬ ਲੈ ਗਏ। ਤੁਸੀਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰ ਦੀ ਕਰਾਮਾਤ ਦੇਖੋ। ਤੁਸੀਂ ਉਹ ਕੈਸਟ ਵੀ ਦੇਖੀ ਹੋਣੀ ਹੈ ਕਿ ਮੁੰਡੇ ਨੂੰ ਚੁੱਕ ਕੇ ਅੰਦਰ ਲੈ ਗਏ, ਕੋਈ ਹਰਕਤ ਨਹੀਂ ਸੀ ਕਰਦਾ, ਕੋਈ ਬੋਲ ਨਹੀਂ ਸੀ ਸਕਦਾ, ਨਾ ਉਹ ਖਲੋ ਸਕਦਾ ਸੀ। ਤੇ ਜਦ ਸੇਵਾਦਾਰਾਂ ਨੇ ਪੁੱਛਿਆ ਤੂੰ ਕੀ ਗੱਲ ਹੈ, ਤੇ ਇਹਨਾਂ ਦੱਸਿਆ ਜੀ ਉੱਠ ਨਹੀਂ ਸਕਦਾ, ਤੁਰ ਨਹੀਂ ਸਕਦਾ। ਤੇ ਉਹਨਾਂ ਨੇ ਆਪਣੇ ਮੋਢੇ ਤੇ ਚੁੱਕ ਕੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਉਹਨੂੰ ਪੇਸ਼ ਕੀਤਾ। ਗੁਰੂ ਰਾਮਦਾਸ ਜੀ ਮਹਾਰਾਜ ਦੀ ਕਰਨੀ ਦੇਖੋ ਕਿ ਅਰਦਾਸ ਹੁੰਦਿਆਂ ਹੁੰਦਿਆਂ ਉਹ ਬੱਚਾ ਖਲੋ ਗਿਆ। ਔਰ ਅੱਜ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ ਫਿਰ ਉਸਨੂੰ ਪੜ੍ਹਾਇਆ ਗਿਆ ਫਤਿਹਗੜ੍ਹ ਸਾਹਿਬ ਕਾਲਜ ਵਿੱਚ, ਉਸਨੂੰ ਨਵੀਂ ਜ਼ਿੰਦਗੀ ਮਿਲੀ। ਇਹ ਬਾਬਾ ਜੋਗਿੰਦਰ ਸਿੰਘ ਮਹਿਤਾ ਉਸ ਪੋਤਰੇ ਨਾਲ ਸੀ। ਇਸ ਨੇ ਜਾ ਕੇ ਦਿਲ ਤੋੜ ਕੇ ਅਰਦਾਸ ਕੀਤੀ ਅਤੇ ਗੁਰੂ ਮਹਾਰਾਜ ਨੇ ਅਰਦਾਸ ਸੁਣੀ। ਅੱਜ ਉਹ ਬੱਚਾ ਸਾਡਾ ਬੜਾ ਸੁਘਣ ਸਿਆਣਾ ਹੋਇਆ ਦਾ ਅਤੇ ਸ਼੍ਰੋਮਣੀ ਕਮੇਟੀ ਵੀ ਉਸਦੀ ਬੜੀ ਇੱਜ਼ਤ ਕਰਦੀ ਹੈ। ਉਹ ਤਾਂ ਹੀ ਹੁੰਦਾ ਹੈ ਕਹਾਣੀਆਂ ਬੁਬਾਣੀਆਂ ਪੁੱਤ ਸੁਪੁੱਤ ਕਰੈਣ। ਜਿਸ ਘਰ ਦੇ ਬਜ਼ੁਰਗ ਚੰਗੇ ਰਸਤੇ ਤੇ ਤੁਰੇ ਹੋਣ, ਚੰਗੀਆਂ ਲੀਹਾਂ ਤੇ ਤੁਰੇ ਹੋਣ, ਗੁਰੂ ਮਹਾਰਾਜ ਉਹਨਾਂ ਦੇ ਅੰਗ ਸੰਗ ਰਹਿੰਦੇ ਨੇ ਅਤੇ ਹਰ ਵੇਲੇ ਉਹਨਾਂ ਦੇ ਸਿਰ ਤੇ ਹੱਥ ਰੱਖਦੇ ਨੇ। ਉਹ ਬੱਚਾ ਵੀ ਅੱਜ ਬੜੇ ਅੱਛੇ ਢੰਗ ਨਾਲ ਅੱਗੇ ਚੱਲ ਰਿਹਾ। ਇਹ ਤਤੀ ਕਰਾਮਾਤ ਜਿਹੜੀ ਇਸ ਪਰਿਵਾਰ ਨਾਲ ਹੋਈ ਅਤੇ ਇਸ ਬਾਬੇ ਨੂੰ ਗੁਰੂ ਰਾਮਦਾਸ ਦੇ ਦਰਬਾਰ ਚੋਂ ਉਹ ਚੀਜ਼ ਮਿਲੀ ਜਿਹੜੀ ਚੀਜ਼ ਦੀ ਉਮੀਦ ਹੀ ਨਹੀਂ ਸੀ ਕੀਤੀ ਜਾਂਦੀ। ਲੇਕਿਨ ਉਹ ਬੱਚਾ ਬਿਲਕੁਲ ਠੀਕ ਹੋ ਕੇ ਵਾਪਸ ਆਇਆ ਔਰ ਅੱਜ ਕੱਲ੍ਹ ਉਹ ਚੜ੍ਹਦੀ ਕਲਾ ਵਿੱਚ। ਜੀ ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਸਾਰਾ ਵੀਰ ਜੀ ਹੋਣਾ ਬਾਰੇ ਦੱਸਿਆ, ਤੇ ਤੁਹਾਡੇ ਜ਼ਰੀਏ ਏਦਾਂ ਲੱਗ ਰਿਹਾ ਕਿ ਅਸੀਂ ਜੋਗਿੰਦਰ ਸਿੰਘ ਜੀ ਹੋਣਾ ਨਾਲ ਹੀ ਗੱਲ ਕਰ ਰਹੇ ਹਾਂ। ਉਹਨਾਂ ਦੀ ਸ਼ਖਸੀਅਤ ਬਾਰੇ ਇੰਨੀਆਂ ਮਹਾਨ ਗੱਲਾਂ, ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਸਾਨੂੰ ਉਦੋਂ ਪਤਾ ਲੱਗਦਾ ਹੈ। ਸਾਡੇ ਵਰਗੇ ਇਨਸਾਨਾਂ ਨੂੰ ਜਦੋਂ ਇਨਸਾਨ ਸਾਡੇ ਵਿੱਚੋਂ ਚਲੇ ਜਾਂਦੇ ਨੇ ਤੇ ਅਸੀਂ ਇਹ ਸੋਚਦੇ ਹਾਂ ਹੁਣ ਬੈਠ ਕੇ ਕਿ ਅਸੀਂ ਕੀ ਗਵਾ ਦਿੱਤਾ। ਕਾਸ਼ ਕਿ ਕਦੇ ਮੈਨੂੰ ਮੌਕਾ ਮਿਲਦਾ ਅਸੀਂ ਸਰਦਾਰ ਜੋਗਿੰਦਰ ਸਿੰਘ ਜੀ ਹੋਣਾ ਕੋਲ ਬਹਿੰਦੇ,
ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ ਨੂੰ ਏਦਾਂ ਰਿਕਾਰਡ ਕਰ ਲੈਂਦੇ ਕਿ ਲਾਭ ਜ਼ਿੰਦਗੀ ਭਰ ਉਹਨਾਂ ਨੂੰ ਸੁਣਦੇ ਰਹਿੰਦੇ। ਪਰ ਫਿਰ ਵੀ ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਾਂਗੀ। ਬਹੁਤ ਇਹੋ ਜਿਹੀਆਂ ਗੱਲਾਂ ਸਨ ਜਿਹੜੀਆਂ ਤੁਸੀਂ ਸਾਨੂੰ ਉਹਨਾਂ ਬਾਰੇ ਦੱਸਿਆ, ਤੇ ਅਸੀਂ ਇੱਕ ਸੱਚੀ ਸ਼ਰਧਾ, ਜਿਹੜੀ ਕਹਿ ਸਕਦੇ ਆ ਸੱਚੀ ਸ਼ਰਧਾਂਜਲੀ ਆ, ਉਹਨਾਂ ਨੂੰ ਭੇਟ ਕਰ ਸਕੇ ਹਾਂ। ਸ਼ਰਧਾਂਜਲੀ ਭੇਟ ਕਰ ਸਕਦੇ ਹਾਂ, ਬਿਲਕੁਲ ਜੀ ਬਿਲਕੁਲ, ਤੁਸੀਂ ਆਪਣੇ ਵਿਚਾਰਾਂ ਦੇ ਰਾਹੀਂ ਤੇ ਸਾਡੀ ਬਾਣੀ ਚੈਨਲ ਨੂੰ ਵੀ ਤੁਹਾਡੇ ਰਾਹੀਂ ਇਹ ਮੌਕਾ ਮਿਲਿਆ ਕਿ ਅਸੀਂ ਇੰਨੀ ਠੰਡੀ, ਇੰਨੀ ਪਵਿੱਤਰ ਤੇ ਇੰਨੀ ਸੋਹਣੀ ਰੂਹ ਨੂੰ ਆਪਣੇ ਵੱਲੋਂ ਜਿਹੜਾ ਅਖੀਰ ਦੇ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰ ਸਕਿਆ। ਮੈਂ ਆਪ ਜੀ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀਰ ਜੀ। ਮੈਂ ਵੀ ਅੰਤ ਤੇ ਤੁਹਾਡਾ ਇਸ ਲਈ ਧੰਨਵਾਦ ਕਰ ਰਿਹਾ ਹਾਂ ਕਿ ਜਿਹੜਾ ਦਰਦ ਲੈ ਕੇ ਤੁਸੀਂ ਅੱਜ ਇਸ ਗੱਲ ਨੂੰ ਅੱਗੇ ਤੋਰਨ ਦੀ ਗੱਲ ਕੀਤੀ, ਕਿਉਂਕਿ ਵਿਅਕਤੀਆਂ ਆਉਂਦੀਆਂ ਨੇ, ਵਿਅਕਤੀਆਂ ਚਲੀਆਂ ਜਾਂਦੀਆਂ ਨੇ, ਲੇਕਿਨ ਜਿਨ੍ਹਾਂ ਵਿਅਕਤੀਆਂ ਨੇ ਪੰਥ ਲਈ, ਕੌਮ ਲਈ, ਲੋਕਾਂ ਲਈ ਬਿਲਾ ਲਿਹਾਜ਼ ਮਜ਼ਹਬ ਆ ਮਿਲਤ ਕੰਮ ਕੀਤਾ ਹੋਏ, ਅਗਰ ਉਹਨਾਂ ਦੇ ਚਲੇ ਜਾਣ ਤੇ ਤੁਹਾਡੇ ਜੇ ਇਹ ਸੁਗੁਣ ਸਿਆਣੇ ਚੈਨਲ ਦੀ ਰਾਹੀਂ ਕੋਈ ਗੱਲ ਅੱਗੇ ਪੁੱਜੇ ਤੇ ਹੋਰਾਂ ਲੋਕਾਂ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਵੀ ਕੁਝ ਐਸਾ ਕਰ ਚਲੀਏ ਜਿਸ ਨਾਲ ਸਾਡੇ ਜਾਣ ਤੋਂ ਬਾਅਦ ਸਾਨੂੰ ਯਾਦ ਕੀਤਾ ਜਾਏ। ਮੈਂ ਆਪ ਜੀ ਨੂੰ ਆਪਣੇ ਵੱਲੋਂ, ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋਂ ਧੰਨਵਾਦ ਕਰਦਾ ਹੋਇਆ ਮੁਬਾਰਕ ਦਿੰਦਾ ਹਾਂ ਕਿ ਤੁਹਾਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤੁਸੀਂ ਇਸੇ ਢੰਗ ਨਾਲ ਪੰਥ ਦੀ ਸਮਾਜਿਕ, ਸਿਆਸੀ, ਇਕਤਸਾਦੀ ਹਾਲਾਤਾਂ ਬਾਰੇ, ਕਿਉਂਕਿ ਸਾਡਾ ਕੇਵਲ ਅਤੇ ਕੇਵਲ ਸਾਰਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਪੰਥ ਹੈ। ਤਾਂ ਮੈਂ ਆਸ ਕਰਦਾ ਹਾਂ ਜਦ ਕਦੀ ਸਾਨੂੰ ਇੱਥੇ ਮੁਸੀਬਤ ਆਈ, ਅਗਰ ਕੋਈ ਸਾਡੀ ਬੱਚੀ ਸ਼ਹੀਦ ਕੀਤੀ ਗਈ ਤੇ ਤੁਸੀਂ ਫੜ ਸਾਨੂੰ ਪਕੜਿਆ ਤੇ ਹਾਲਾਤਾਂ ਬਾਰੇ ਗੱਲ ਪੁੱਛੀ, ਜਾਂ ਕੋਈ ਮੁਸੀਬਤ ਕਿਤੇ ਆਈ ਤੇ ਤੁਸੀਂ ਸਾਡੀ ਬਾਂਹ ਫੜਦੇ ਹੋ, ਜੇ ਕਿਤੇ ਸਮਾਗਮ ਧਾਰਮਿਕ ਹੋਏ ਤੇ ਤੁਸੀਂ ਉਸ ਨੂੰ ਟੈਲੀਕਾਸਟ ਕੀਤਾ। ਇਹ ਆਪਣਾ ਚੈਨਲ ਹੈ, ਸਾਨੂੰ ਤੁਹਾਡੇ ਤੇ ਮਾਣ ਹੈ, ਤੁਹਾਨੂੰ ਸਾਡੇ ਤੇ ਮਾਣ ਹੋਣਾ ਚਾਹੀਦਾ। ਇਸ ਗੱਲ ਨਾਲ ਮੈਂ ਧੰਨਵਾਦ ਕਰਦਾ ਹੋਇਆ ਤੁਹਾਡੇ ਤੋਂ ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਵੀਰ ਜੀ, ਅਖੀਰ ਦੇ ਵਿੱਚ ਮੈਂ ਜ਼ਰੂਰ ਇਹ ਸਾਂਝਾ ਕਰਾਂਗੀ ਕਿ ਤੁਹਾਡੇ ਵਰਗੇ ਵੀਰ ਜੀਆਂ ਦੇ ਸਹਿਯੋਗ ਦੇ ਨਾਲ ਹੀ ਬਾਣੀ ਚੈਨਲ ਹੈ ਜਿਹੜਾ ਆਪਣੀ ਸੇਵਾ ਕਰ ਪਾਉਂਦਾ ਹੈ। ਤੁਹਾਡੀ ਆਪਣੇ ਸੁਝਾਅ ਜਿਹੜੇ ਸਮੇਂ-ਸਮੇਂ ਤੇ ਤੁਸੀਂ ਜ਼ਰੂਰ ਦਿਆ ਕਰੋ, ਕਿਉਂਕਿ ਤੁਹਾਡੇ ਬਜ਼ੁਰਗਾਂ ਦੀਆਂ ਸਲਾਹਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ। ਇਸ ਦੇ ਨਾਲ ਹੀ ਅਸੀਂ ਅੱਗੇ ਵੱਧਦੇ ਹਾਂ। ਤੇ ਬਹੁਤ-ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਤੁਹਾਨੂੰ ਵੀ ਚਾਹੀਦਾ ਹੈ ਕਿ ਜਦ ਕਦੀ ਇੱਥੇ ਕੋਈ ਐਸੀ ਗੱਲ ਬਣ ਆਵੇ ਤੇ ਤੁਸੀਂ ਵੀ ਸਾਨੂੰ ਭਰੋਸੇ ਵਿੱਚ ਲੈ ਕੇ ਸਹੀ ਰਿਪੋਰਟਿੰਗ ਕਰੋ, ਤਾਂ ਜੋ ਗੌਰਮੈਂਟ ਤੱਕ, ਹੋਰਾਂ ਅਦਾਰਿਆਂ ਤੱਕ ਸਾਡੀ ਸਹੀ ਪਿਕਚਰ ਪੁੱਜੇ। ਸਾਨੂੰ ਤੁਹਾਡੇ ਤੇ ਮਾਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਦੇ ਵਿੱਚ ਮੈਂ ਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਸਰਦਾਰ ਜੋਗਿੰਦਰ ਸਿੰਘ ਜੀ ਹੋਣਾ ਨੂੰ ਦੇ ਲਈ ਅਸੀਂ ਸਾਰੇ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਇਸ ਠੰਡੀ ਤੇ ਸੋਹਣੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਕਮਲਾਂ ਦੇ ਵਿੱਚ ਨਿਵਾਸ ਬਖਸ਼ਣਾ ਸਾਰੇ ਹੀ ਸਾਡੀ ਬਾਣੀ ਚੈਨਲ ਦੇ ਪਰਿਵਾਰ ਦੇ ਵੱਲੋਂ ਅਰਦਾਸ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਦੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।